ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਇਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ।
ਵਾਹਿਗੁਰੂ ਜੀ ਦੋਹਰਾ ਸੁਣਤ ਪ੍ਰਸਿੱਧੇ ਪਿਤਾ ਗੁਰੂ ਹਰ ਕਾਰਜ ਕੋ ਕਾਲ ਕਹਿਓ ਲਿਹੋ ਅਜ਼ਮਤ ਮਹਾ ਜੋ ਨ ਸਕੈ ਕੋ ਟਾਲ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਮਾਂ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣਤ ਪ੍ਰਸਿੱਧ ਪਿਤਾ ਗੁਰ ਹਰ ਕਾਰਜ ਕੋ ਕਾਲ ਕਹਿਓ ਲਿਹੋ ਅਜ਼ਮਤ ਮਹਾ ਜੋ ਨ ਸਕੈ ਕੋ ਟਾਲ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 37 ਸ਼ੁਰੂ ਕਰਦੇ ਹੋਏ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਬੇਦੀ ਤ੍ਰੇਹਣ ਭੱਲੇ ਸੋਢੀ ਸਾਰਿਆਂ ਦੇ ਅੰਸ਼ ਵੰਸ਼ ਵਿੱਚੋਂ ਸਭ ਨੂੰ ਬੁਲਾਇਆ ਹੈ। ਸਾਰੀ ਸਿੱਖ ਸੰਗਤ ਆਈ ਹੈ ਔਰ ਸਭ ਦੇ ਵਿੱਚ ਵਿਚਾਰ ਕੀਤੀ ਗਈ ਕਿ ਨੌਰੰਗੇ ਨੇ ਸਾਨੂੰ ਦਿੱਲੀ ਬੁਲਾਇਆ ਹੈ। ਉਹ ਕਰਾਮਾਤਾਂ ਵੇਖਣੀ ਚਾਹੁੰਦਾ ਹੈ ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਵੀ ਗੱਲ ਪੱਕੀ ਕਿ ਅਸੀਂ ਤਾਂ ਦਿੱਲੀ ਜਾਣਾ ਨਹੀਂ। ਇਹ ਪ੍ਰਣ ਕੀਤਾ ਕਿ ਨਾ ਉਹਨੂੰ ਦਰਸ਼ਨ ਦੇਣੇ ਨੇ ਔਰ ਨਾ ਹੀ ਉਸ ਨੌਰੰਗੇ ਦੀ ਸ਼ਕਲ ਅਸੀਂ ਕਦੇ ਵੇਖਣੀ ਹੈ। ਪਰ ਹੁਣ ਸਤਿਗੁਰੂ ਜੀ ਨੂੰ ਉੱਥੇ ਸਲਾਹ ਲਈ ਕਿ ਦੱਸੋ ਭਾਈ ਫਿਰ ਕੌਣ ਜਾਏ। ਸਾਰਿਆਂ ਨੇ ਵਿਚਾਰ ਕੀਤੇ, ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਕੋਈ ਸਮਰੱਥ ਨਹੀਂ। ਇਹ ਕਾਰਜ ਤੇ ਆਪ ਜੀ ਹੀ ਕਰ ਸਕਦੇ ਹੋ ਕਿਉਂਕਿ ਉੱਥੇ ਬੜੀਆਂ ਸ਼ਕਤੀਆਂ ਚਾਹੀਦੀਆਂ ਨੇ। 1400 ਤੋਂ ਵੱਧ ਉਹਦੇ ਕੋਲ ਵਿਦਵਾਨ ਨੇ। ਕੋਈ ਐਡਾ ਵਿਦਵਾਨ ਹੋਵੇ ਕਿ ਹਰ ਕਿਸੇ ਦੇ ਵਿਦਵਾਨ ਦੇ ਤਰਕ ਦਾ ਜਵਾਬ ਉਹ ਵਿਚਾਰ ਸਹਿਤ ਦੇ ਸਕੇ, ਤੇ ਸਤਿਗੁਰੂ ਜੀ ਇਹ ਸਿਰਫ ਆਪ ਹੀ ਕਰ ਸਕਦੇ ਹੋ। ਔਰ ਗੁਰੂ ਸਾਹਿਬ ਜੀ ਕਹਿੰਦੇ ਸੀ ਜਾਣਾ ਨਹੀਂ। ਫਿਰ ਸਿੱਖ ਕਹਿੰਦੇ ਨੇ ਸਤਿਗੁਰੂ ਜੀ ਫਿਰ ਕਿਰਪਾ ਕਰੋ ਕਿ ਸਾਰਿਆਂ ਦੇ ਵਿੱਚੋਂ ਜਿੰਦੇ ਵੀ ਸਿਰ ਦੇ ਉੱਤੇ ਤੁਸੀਂ ਹੱਥ ਰੱਖੋਗੇ, ਤੁਸੀਂ ਬਖਸ਼ਿਸ਼ ਦੇ ਕੇ ਭੇਜੋਗੇ, ਤੇ ਫਿਰ ਭਾਵੇਂ 1400 ਕੀ ਭਾਵੇਂ 14000 ਵਿਦਵਾਨ ਵੀ ਕਿਉਂ ਨਾ ਹੋਣ, ਫਿਰ ਨੌਰੰਗਾ ਕੀ, ਫਿਰ ਤਾਂ ਅਸੀਂ ਦੇਵਤਿਆਂ ਦੇ ਰਾਜੇ ਇੰਦਰ ਨੂੰ ਵੀ ਹਰਾ ਕੇ ਆ ਜਾਈਏ। ਹੁਣ ਤੁਸੀਂ ਕਿਰਪਾ ਕਰੋ, ਦੱਸੋ ਕਿਹਨੂੰ ਭੇਜਣਾ। ਇੰਨੇ ਨੂੰ ਬਾਬਾ ਰਾਮ ਰਾਏ ਜੀ ਆਏ ਨੇ। ਉਹਨਾਂ ਨੇ ਵਿਚਾਰਾਂ ਹੁੰਦੀਆਂ ਦੇਖਿਆ, ਸਾਰਿਆਂ ਦੇ ਚਿਹਰੇ ਦੇਖੇ ਤੇ ਪੁੱਛ ਲਿਆ ਵੀ ਇੰਨੇ ਗੰਭੀਰ ਕਿਉਂ ਹੋ, ਸਲਾਹਾਂ ਕਹਦੀਆਂ ਨੇ ਕਿ ਸਾਰੇ ਇਕੱਠੇ ਹੋਏ ਨੇ ਇੱਥੇ। ਬੇਦੀ ਆਏ ਨੇ, ਤ੍ਰੇਹਣ ਆਏ ਨੇ, ਭੱਲੇ ਆਏ ਨੇ, ਸੋਢੀਆਂ ਦੇ ਵਿੱਚੋਂ ਸਾਰੇ ਆਏ ਨੇ ਕਿ ਕੋਈ ਖਾਸ ਗੱਲ ਹੋਏਗੀ। ਔਰ ਬਾਬਾ ਰਾਮ ਰਾਏ ਜੀ ਨੂੰ ਜਦੋਂ ਸਾਰਾ ਕੁਝ ਦੱਸਿਆ ਕਿ ਦਿੱਲੀ ਕਿਸੇ ਨੂੰ ਗੁਰੂ ਸਾਹਿਬ ਜੀ ਕਹਿੰਦੇ ਭੇਜਣਾ ਹੈ, ਕਿਉਂਕਿ ਗੱਲ ਗੁਰੂ ਘਰ ਦੀ ਹੈ। ਜੇ ਨਾ ਗਏ ਤੇ ਤਾਂ ਵੀ ਉਹਨੇ ਇਹ ਸਮਝਣਾ ਕਿ ਇਸ ਘਰ ਵਿੱਚ ਕੋਈ ਤਾਕਤ ਹੀ ਨਹੀਂ। ਤੇ ਬਾਬਾ ਰਾਮ ਰਾਏ ਜੀ ਕਹਿੰਦੇ ਫਿਰ ਇੰਨਾ ਸੋਚਣਾ ਕਹਿੰਦੇ ਲਈ ਫਿਰ ਕੋਈ ਵੀ ਜਾਓ, ਜਿੱਥੇ ਜਾਣ ਤੋਂ ਬਿਨਾਂ ਸਰਦਾ ਹੀ ਨਹੀਂ, ਫਿਰ ਉੱਥੇ ਜਾਣਾ ਹੀ ਚਾਹੀਦਾ ਹੈ। ਉਰੇ ਸੁਣ ਕੇ ਸਿੱਖਾਂ ਨੇ ਕਿਹਾ ਕਿ ਬਾਬਾ ਰਾਮ ਰਾਏ ਜੀ ਫਿਰ ਤੁਸੀਂ ਕਿਰਪਾ ਕਰੋ, ਤੁਸੀਂ ਜਾਓ। ਤੁਸੀਂ ਵੀ ਹਰ ਤਰ੍ਹਾਂ ਦੇ ਨਾਲ ਲਾਇਕ ਹੋ, ਸਿਆਣੇ ਹੋ। ਔਰ ਬਾਬਾ ਰਾਮ ਰਾਏ ਜੀ ਬਿਲਕੁਲ ਨਹੀਂ ਝਿਜਕੇ ਕਿ ਤੁਹਾਡੀਆਂ ਸੰਗਤਾਂ ਦਾ ਜੇ ਹੁਕਮ ਹੈ, ਗੁਰੂ ਪਿਤਾ ਜੀ ਚਾਹੁੰਦੇ ਨੇ ਮੈਂ ਚਲੇ ਜਾਣਾ। ਪਰ ਇੱਕ ਗੱਲ ਕਹੀ ਕਿ ਉਹਨੇ ਵੇਖਣੀਆਂ ਕਰਾਮਾਤਾਂ ਹੀ ਨੇ।
ਤੇ ਸਤਿਗੁਰੂ ਜੀ ਇਹ ਗੁਰੂ ਪਿਤਾ ਜੀ ਕਿਰਪਾ ਤੁਸੀਂ ਕਰੋਗੇ, ਜੇ ਕਰਾਮਾਤਾਂ ਦਿਓਗੇ, ਤਾਕਤਾਂ ਦਿਓਗੇ ਤੇ ਗੁਰੂ ਘਰ ਵੱਲੋਂ ਮੈਂ ਜਾਣ ਲਈ ਤਿਆਰ ਹਾਂ। ਹੁਣ ਅਗਲੇ ਅਧਿਆਇ 'ਚ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰੂ ਪਿਤਾ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਬਾਬਾ ਰਾਮ ਰਾਏ ਜੀ ਦੇ ਇਹ ਬੋਲ ਸੁਣ ਕੇ ਬੜੇ ਪ੍ਰਸੰਨ ਹੋਏ ਨੇ। ਔਰ ਦੇਖੋ ਇਹ ਜਿਹੜਾ ਅਸਥਾਨ ਹੈ ਬਾਬਾ ਰਾਮ ਰਾਏ ਜੀ ਦੇ ਨਾਲ ਕਿਤੇ ਨਾ ਕਿਤੇ ਸੰਬੰਧਿਤ ਹੈ ਨਾ। ਬਾਬਾ ਰਾਮ ਰਾਏ ਜੀ ਦੇ ਘਰ ਵਾਲੇ ਸਨ ਨਾ ਮਾਤਾ ਰਾਜ ਕੌਰ ਜੀ, ਇਸ ਕਰਕੇ ਸਮਝ ਲਈਏ ਕਿ ਇਸ ਥਾਂ ਦਾ ਵੀ ਇਤਿਹਾਸ ਇਹਦੇ ਨਾਲ ਹੀ ਚੱਲ ਰਿਹਾ ਹੈ। ਹੁਣ ਬਾਬਾ ਰਾਮ ਰਾਏ ਜੀ ਨੇ ਜਦੋਂ ਕਿਹਾ ਤਾਂ ਸਤਿਗੁਰੂ ਜੀ ਕਹਿੰਦੇ ਨੇ ਲਓ ਫਿਰ ਜਾਓ, ਇਸ ਘਰ ਦੇ ਵਿੱਚੋਂ ਗੁਰੂ ਨਾਨਕ ਦੇ ਘਰ ਵਿੱਚੋਂ ਅਜਮਤਾ ਤਾਕਤਾਂ ਤੁਸੀਂ ਲੈ ਕੇ ਜਾਓ। ਚਉਪਈ ਤਵ ਰਸਨਾ ਪਰ ਕਰ ਹੈ ਬਾਸਾ, ਜੋ ਤਿਸ ਤੇ ਹੋਏ ਬਾਗ ਪ੍ਰਕਾਸ਼ਾ। ਸਤਿਗੁਰੂ ਕਹਿੰਦੇ ਨੇ ਰਾਮ ਰਾਏ ਜਾਓ, ਤੁਹਾਡੀ ਰਸਨਾ ਤੇ ਸਾਡਾ ਨਿਵਾਸ ਹੋਏਗਾ, ਕਿਉਂਕਿ ਰਸਨਾ ਤੁਹਾਡੀ ਹੋਏਗੀ ਪਰ ਜੋ ਕੁਝ ਬੋਲੋਗੇ ਉਹ ਬੋਲ ਸਾਡੇ ਹੋਣਗੇ। ਕਬਹੂ ਅਨੰਥਾ ਹੋਏ ਸੋ ਨਾਹੀ, ਸਫਲੇ ਤਤਸ਼ਨ ਬਾਦ ਨਾ ਜਾਹੀ। ਕਿ ਤੁਸੀਂ ਜੋ ਵੀ ਇਸ ਰਸਨਾ ਤੋਂ ਬੋਲਦੇ ਹੋਗੇ ਨਾ ਪੁੱਤਰ ਰਾਮ ਰਾਏ, ਉਹ ਫਜ਼ੂਲ ਨਹੀਂ ਜਾਏਗਾ, ਉਹ ਵਿਅਰਥ ਨਹੀਂ ਜਾਏਗਾ, ਉਹ ਬਿਲਕੁਲ ਉਸੇ ਤਰ੍ਹਾਂ ਸੱਚ ਹੋਏਗਾ। ਅਥਿਰਾ ਹੋਏ ਥਿਰਾ ਜਸ ਕਹੈ, ਲਹੇ ਅਚਰਤਾ ਜੇ ਚਰ ਅਹੈ। ਹੁਣ ਇਹ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਦਿੰਦੇ ਨੇ ਕਿ ਜਿਹੜੇ ਤਾਕਤਾਂ ਦੇ ਕੇ ਭੇਜਣੇ ਨੇ, ਸਭ ਤੋਂ ਪਹਿਲੇ ਕਿਰਪਾ ਕੀਤੀ ਰਸਨਾ ਤੇ ਅਸੀਂ ਆਪ ਵਸਾਂਗੇ। ਦੂਸਰਾ ਬਚਨ ਕੀਤਾ ਕਿ ਰਸਨਾ ਤੋਂ ਜੋ ਵੀ ਕੁਝ ਬੋਲਦੇ ਹੋਗੇ ਨਾ, ਕਿ ਜੇ ਕੋਈ ਜੜ ਹੈ, ਜੇ ਕੋਈ ਐਨ ਬਿਲਕੁਲ ਇੱਕ ਥਾਂ 'ਤੇ ਖੜਿਆ ਹੋਇਆ ਜਿਵੇਂ ਕੋਈ ਰੁੱਖ ਹੈ, ਕੋਈ ਕੰਧ ਹੈ, ਤੁਸੀਂ ਉਹਨੂੰ ਵੀ ਕਹਿ ਦੋਗੇ ਨਾ ਇਹ ਚੱਲ ਪਵੇ, ਉਹ ਚੱਲ ਪਏਗੀ। ਔਰ ਬਾਬਾ ਰਾਮ ਰਾਏ ਜੀ ਨੇ ਇਹ ਜਾ ਕੇ ਸਾਰੀਆਂ ਤਾਕਤਾਂ ਵਰਤੀਆਂ, ਉੱਥੇ ਕੰਧ ਉਡਾ ਕੇ ਵੀ ਵਿਖਾਈ ਸੀ ਕਿ ਜੇ ਤੁਸੀਂ ਇੱਕ ਜੜ ਨੂੰ ਕਹਿ ਦੋ ਕਿ ਚਲਾਇਮਣ ਹੋ ਜੇ, ਚਲਾਇਮਣ ਹੋ ਜਾਏਗੀ। ਕਿਸੇ ਚਲਾਇਮਣ ਚੀਜ਼ ਨੂੰ, ਕਿਸੇ ਪਸ਼ੂ ਨੂੰ, ਕਿਸੇ ਪੰਛੀ ਨੂੰ, ਕਿਸੇ ਬੰਦੇ ਨੂੰ ਤੁਸੀਂ ਕਹਿ ਜੋ ਨਾ ਜੜ ਹੋ ਜੇ, ਤੇ ਰਾਮ ਰਾਏ ਜੀ ਉਹ ਜੜ ਹੀ ਹੋ ਜਾਏਗਾ। ਜੋ ਨਿਤ ਭਰਿਓ ਰਹਿ ਨਹਿ ਜਿਤੈ, ਸੋ ਰਿਤ ਜਾਏ ਨੈਕ ਜੋ ਚਿਤੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਹਰ ਵੇਲੇ ਕੋਈ ਚੀਜ਼ ਭਰੀ ਰਹਿੰਦੀ ਹੈ, ਭਰਿਆ ਹੋਵੇ, ਕਦੇ ਖਾਲੀ ਨਾ ਹੋਇਆ ਹੋਵੇ, ਤੇ ਰਾਮ ਰਾਏ ਜੇ ਤੁਸੀਂ ਉਹਨੂੰ ਕਹਿ ਦੋਗੇ ਨਾ ਖਾਲੀ ਹੋ ਜੇ, ਤੁਸੀਂ ਵੇਲੇ ਖਾਲੀ ਹੋ ਜਾਏਗਾ। ਜਿਹੜਾ ਕਦੇ ਭਰਿਆ ਹੀ ਨਾ ਹੋਵੇ, ਤੁਸੀਂ ਉਹਨੂੰ ਕਹਿ ਦੋਗੇ ਨਾ ਭਰ ਜਾਏਗਾ, ਤੇ ਉਹ ਵੀ ਭਰ ਜਾਏਗਾ। ਮ੍ਰਿਗ ਤ੍ਰਿਸ਼ਨਾ ਚਾਹੇ ਰੇਤ ਅਨੇਰ, ਤਹਿ ਕਰ ਦੇਹ ਜਲਦ ਗੰਭੀਰ। ਸਤਿਗੁਰੂ ਕਹਿੰਦੇ ਨੇ ਜਿਵੇਂ ਮ੍ਰਿਗ ਤ੍ਰਿਸ਼ਨਾ ਦੇ ਵਾਂਗ ਰੇਤ ਹੁੰਦੀ ਹੈ ਨਾ, ਉਹਦੇ ਪਾਣੀ ਨਹੀਂ ਹੁੰਦਾ, ਪਰ ਜਿਹੜਾ ਮ੍ਰਿਗ ਹੈ ਉਹਨੂੰ ਚਮਕਦੀ ਹੋਈ ਰੇਤ ਪਾਣੀ ਨਜ਼ਰ ਹੁੰਦੀ ਹੈ। ਔਰ ਮ੍ਰਿਗ ਤ੍ਰਿਸ਼ਨਾ ਦੇ ਬਚਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਆਏ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨ ਵਜੋਂ ਸ਼ਬਦ ਵਰਤੇ ਨੇ ਕਿ ਜੈਸੇ ਮ੍ਰਿਗ ਤ੍ਰਿਸ਼ਨਾ ਨੂੰ ਧਾਵੈ ਮ੍ਰਿਗ ਤ੍ਰਿਖਾਵੰਤ, ਆਵਤ ਨ ਸ਼ਾਂਤ ਭਰਮ ਭਰਮਤ ਹੈਰਾਨੋ ਹੈ। ਕਿਉਂਕਿ ਚਮਕਦੀ ਹੋਈ ਰੇਤ ਨੂੰ, ਮਾਰੂਥਲ ਦੇ ਵਿੱਚ ਚਮਕਦੀ ਰੇਤ ਨੂੰ ਮਿਰਗ ਜਿਹੜਾ ਹੈ ਪਾਣੀ ਸਮਝ ਬੈਠਦਾ ਹੈ, ਪਰ ਭਾਈ ਸਾਹਿਬ ਜੀ ਕਹਿੰਦੇ ਨੇ ਚਮਕਦੀ ਰੇਤ ਦੇ ਵਿੱਚੋਂ ਕਦੇ ਪਾਣੀ ਲੱਭਿਆ ਨਹੀਂ, ਮਾਰੂਥਲ 'ਚ ਪਾਣੀ ਕਿੱਥੋਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਵੇਂ ਦਾ ਜਿੱਥੇ ਪਾਣੀ ਕਦੇ ਨਾ ਹੋਵੇ, ਮ੍ਰਿਗ ਤ੍ਰਿਸ਼ਨਾ ਦੀ ਵੰਗਾ ਜਿੱਥੇ ਰੇਤ ਹੀ ਰੇਤ ਹੋਵੇ, ਜੇ ਉੱਥੇ ਤੁਸੀਂ ਬਚਨ ਕਰਦੇ ਹੋ ਤਹਿ ਕਰ ਦੇਹ ਜਲਦ ਗੰਭੀਰ, ਤੇ ਉਸ ਮਾਰੂਥਲ ਦੇ ਵਿੱਚ ਵੀ ਡੂੰਘੇ ਵੱਡੇ ਵੱਡੇ ਪਾਣੀ ਦੇ ਤਲਾਬ ਭਰ ਜਾਣਗੇ। ਸ੍ਰੀ ਨਾਨਕ ਸਤਿਗੁਰੂ ਸਮਰੱਥ ਇਤਿਆਦਿਕ ਸਭ ਤਿਨ ਕੇ ਹੱਥ। ਤੇ ਨਾਲੇ ਸਤਿਗੁਰੂ ਕਹਿੰਦੇ ਨੇ ਤਾਕਤਾਂ ਗੁਰੂ ਨਾਨਕ ਸਾਹਿਬ ਦੇ ਕਰਦੀਆਂ ਨੇ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸਾਰੇ ਤਰ੍ਹਾਂ ਦੇ ਨਾਲ ਸਮਰੱਥ ਨੇ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਬਚਨ ਐਵੇਂ ਨਹੀਂ ਕਹਿ ਦਿੱਤੇ, ਬਾਣੀ ਦੇ ਵਿੱਚ ਦਰਜ ਕੀਤੇ ਨੇ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸਭ ਤੋਂ ਵੱਡੇ ਨੇ, ਸਮਰੱਥ ਨੇ। ਸਭ ਸ਼ਕਤਨ ਕੇ ਸ਼ਕਤ ਸਰੂਪ, ਜਿਨ ਕੇ ਅਚਰਜ ਚਲਤ ਅਨੂਪ। ਸਾਰੀਆਂ ਸ਼ਕਤੀਆਂ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਇਹ ਸਾਰੇ ਕੌਤਕ ਜਿਹੜੇ ਹੈਰਾਨੀਜਨਕ ਨੇ, ਬੇਮਿਸਾਲ ਨੇ,
ਇਹ ਸਾਰੇ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਹੀ ਹੁੰਦੇ ਨੇ। ਸਭ ਬ੍ਰਹਮੰਡ ਤਿਨਕੇ ਅਨੁਸਾਰੀ, ਆਇਸ ਜਹ ਕਹੇ ਟਰੇ ਨ ਟਾਰੀ। ਤੇ ਨਾਲੇ ਗੁਰੂ ਸਾਹਿਬ ਜੀ ਕਹਿੰਦੇ ਨੇ ਪੁੱਤਰ ਭਰੋਸਾ ਰੱਖੀ, ਇਕੱਲੇ ਇਸ ਦੁਨੀਆ ਦੀ ਇਸ ਸੰਸਾਰ ਦੀ ਗੱਲ ਨਹੀਂ, ਜਿੰਨੇ ਵੀ ਬ੍ਰਹਮੰਡ ਨੇ ਸਾਰੇ ਦੇ ਸਾਰੇ ਬ੍ਰਹਮੰਡ, ਸਾਰਿਆਂ ਦੇ ਸਾਰੀਆਂ ਸ਼ਕਤੀਆਂ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ਼ਾਰੇ ਤੇ ਉਹਨਾਂ ਦੇ ਹੁਕਮ ਦੇ ਵਿੱਚ ਚੱਲਦੀਆਂ ਨੇ। ਤੋ ਤਵ ਸੋ ਤਵ ਬਚਨ ਤੇਜ ਪ੍ਰਭ ਵਸਾਇਓ, ਕਰੋ ਨਿਸ਼ੰਕ ਜਤਾ ਮਨ ਭਾਇਓ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਰਾਮ ਰਾਏ ਉੱਥੇ ਜਾ ਕੇ ਝਿਜਕਣਾ ਬਿਲਕੁਲ ਨਹੀਂ, ਉਹ ਸਾਰਾ ਪ੍ਰਤਾਪ ਤੁਹਾਨੂੰ ਦਿੱਤਾ। ਸ਼ੰਕਾ ਤੋਂ ਰਹਿ ਕੇ ਹੋ ਕੇ ਬਚਨ ਕਰਨੇ ਨੇ, ਝਿਜਕਣਾ ਬਿਲਕੁਲ ਨਹੀਂ, ਸੰਕੋਚ ਨਹੀਂ ਕਰਨਾ। ਜਿਹੜੇ ਬਚਨ ਕਹੋਗੇ ਉਹ ਸੱਚ ਹੋ ਜਾਣੇ ਨੇ। ਕੋ ਕਿਸ ਕਾਰਨ ਕਰੋ ਉਚਾਰਨ, ਉਚਤਾ ਨੁਚਿਤ ਉਚਾਵਚ ਟਾਰਨ। ਨਾਲ ਗੁਰੂ ਸਾਹਿਬ ਜੀ ਸਮਝਾਉਂਦੇ ਵੀ ਨੇ ਕਿ ਕਾਰਨ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਤਰ੍ਹਾਂ ਦਾ ਕਾਰਨ ਕੋਈ ਤੁਹਾਨੂੰ ਬਚਨ ਕਹਿਣਾ ਪੈ ਜੇ, ਔਰ ਕਈ ਵਾਰੀ ਕੋਈ ਗੱਲ ਉਚਿਤ ਹੁੰਦੀ ਤੇ ਕੋਈ ਉਚਿਤ ਨਹੀਂ ਹੁੰਦੀ। ਉਹ ਗੱਲ ਭਾਵੇਂ ਉਚਿਤ ਹੋਵੇ ਜਾਂ ਨਾ ਹੋਵੇ, ਜਿਹੜਾ ਬਚਨ ਤੁਸੀਂ ਕਹਿ ਦੇਣਾ ਨਾ ਉਹ ਟਲਣਾ ਨਹੀਂ। ਬਸ ਇਹਨਾਂ ਕੋ ਧਿਆਨ ਰੱਖਿਓ। ਜਿਸ ਸੈਨ ਜਿਸ ਬਿਤ ਕਰੋ ਉੱਚਾ ਉਬਾਚੇ, ਤਤ ਸੈਨ ਸਗਰ ਪਾਂਤ ਹੋਏ ਸਾਚੇ। ਗੱਲ ਭਾਵੇਂ ਠੀਕ ਹੋਏ ਜਾਂ ਗਲਤ ਹੋਏ, ਪਰ ਜਿਹੜੇ ਵੀ ਵਕਤ ਜਦੋਂ ਵੀ ਤੁਸੀਂ ਬਚਨ ਕਰੋਗੇ ਉਹ ਤਤ ਸੈਨ ਸੱਚ ਹੋ ਜਾਣੇ ਨੇ, ਉਸੇ ਤਰ੍ਹਾਂ ਹੋ ਜਾਣੇ ਨੇ। ਅਸ ਮਹਿਮਾ ਕਹੈ ਸੁਤੇ ਸੁਣਾਈ, ਔਰ ਉਤਸ਼ਾਹ ਕਰਨ ਅਧਿਕਾਈ। ਪੁੱਤਰ ਦੇ ਅੰਦਰ ਹੋਰ ਹੌਸਲਾ ਵਧਾਉਣ ਦੇ ਵਾਸਤੇ ਗੁਰੂ ਸਾਹਿਬ ਜੀ ਨੇ ਬਚਨ ਕਹਿ ਕੇ ਉਤਸ਼ਾਹਿਤ ਕੀਤਾ, ਤੇ ਨਾਲ ਰਾਮ ਰਾਏ ਨੂੰ ਫਿਰ ਸੁਚੇਤ ਵੀ ਕੀਤਾ, ਸਮਝਾਇਆ ਵੀ। ਪੁੰਨ ਦ੍ਰਿੜਤਾ ਹਿਤ ਬਾਕ ਬਖਾਨੇ, ਨੌ ਰੰਗ ਅਤ ਬਾਦੇ ਜਗ ਜਾਣੇ। ਪੁੰਨ ਦ੍ਰਿੜਤਾ ਹਿਤ ਗੁਰੂ ਸਾਹਿਬ ਜੀ ਨੇ ਪੱਕਾ ਕਰਨ ਦੇ ਵਾਸਤੇ, ਬਿਲਕੁਲ ਆਪਣੇ ਇਰਾਦੇ ਦੇ ਵਿੱਚ ਦ੍ਰਿੜ ਰਹਿਣ ਵਾਸਤੇ ਰਾਮ ਰਾਏ ਨੂੰ ਸਮਝਾਇਆ। ਕਹਿੰਦੇ ਨੌਰੰਗਾ ਜਿਹੜਾ ਹੈ ਔਰੰਗਜ਼ੇਬ ਹੈ, ਬੜਾ ਝਗੜਾਲੂ ਹੈ, ਸਾਰਾ ਸੰਸਾਰ ਜਾਣਦਾ ਹੈ, ਇਹ ਕਿਹੜਾ ਕਿਸੇ ਤੋਂ ਲੁਕਿਆ ਹੋਇਆ ਹੈ। ਉਹ ਦੁਸ਼ਟ ਬੜਾ ਝਗੜਾਲੂ ਹੈ, ਬਾਦੀ ਹੈ। ਗੁਰ ਘਰ ਸੋ ਮਤਸਰੇ ਵਿਸਾਲਾ, ਕਿਸ ਪ੍ਰਸੰਗ ਤੇ ਜੇ ਕਿਸ ਕਾਲਾ। ਤੇ ਗੁਰੂ ਘਰ ਦੇ ਨਾਲੋਂ ਬਹੁਤਾ ਪਿਆਰ ਤੇ ਕਰਦਾ ਨਹੀਂ, ਈਰਖਾ ਹੀ ਰੱਖਣ ਵਾਲਾ ਹੈ। ਜੇ ਕਿਸੇ ਸਮੇਂ ਕਿਸੇ ਗੱਲ ਤੇ ਚੱਲਦੇ ਹੋਏ ਕੋਈ ਪ੍ਰਸੰਗ ਚੱਲ ਹੀ ਪੈਂਦਾ ਨਾ, ਕੋਈ ਗੱਲਬਾਤ ਚੱਲ ਪੈਂਦੀ ਐਸੀ, ਕਰਹਿ ਤਰਕ ਮਨ ਕੁਟਲ ਕੁਟੇਵ, ਨਿਜ ਮਤ ਕੋ ਕਰ ਹੈ ਅਹਮੇਵ। ਕਿ ਕਪਟੇ ਨਰੰਗਾ ਆਪਣੇ ਸੁਭਾਅ ਦੇ ਮੁਤਾਬਕ ਕਿਤੇ ਹੰਕਾਰ ਦੇ ਵਿੱਚ ਕੋਈ ਤਰਕ ਕਰੇ, ਆਪਣੇ ਕੰਨੀ ਅਯੋਗ ਗੱਲ ਤੁਸੀਂ ਸੁਣ ਵੀ ਲਵੋ। ਅਸ ਮੰਜਸ ਸੁਣ ਕੈ ਨਿਜ ਕਾਨ, ਰਾਖਣ ਹੇਤ ਤੁਰਕਪਤ ਮਾਨ। ਤੇ ਨਰੰਗੇ ਦੇ ਕੋਈ ਜਿਹੜੀ ਗਲਤ ਗੱਲ ਹੈ ਈਰਖਾ ਦੇ ਵਿੱਚ ਕਹੀ ਹੋਈ, ਤੇ ਰਾਮ ਰਾਏ ਪੁੱਤਰ ਇੰਨੀ ਗੱਲ ਯਾਦ ਰੱਖਣੀ ਕਿ ਨਰੰਗੇ ਦੀ ਈਰਖਾ ਵਿੱਚ ਕਹੀ ਹੋਈ ਗੱਲ ਦਾ ਕੇਵਲ ਤੇ ਕੇਵਲ ਨਰੰਗੇ ਦਾ ਮਾਣ ਰੱਖਣ ਵਾਸਤੇ ਉਹਨੂੰ ਨਹੀਂ ਕਹਿ ਦੇਣਾ ਕਿ ਠੀਕ ਹੈ। ਜਿਹੜੀ ਗੱਲ ਠੀਕ ਹੈ ਉਹਨੂੰ ਹੀ ਠੀਕ ਕਹਿਣਾ ਹੈ, ਕਿਉਂਕਿ ਇਹਨੂੰ ਖੁਜਾਮਤ ਕਹਿੰਦੇ ਨੇ, ਚਮਚਾਗਰੀ ਕਹਿੰਦੇ ਨੇ। ਔਰ ਅੱਜ ਸਾਡੇ ਵਿੱਚ ਤੇ ਬਹੁਤੇ ਹੋ ਗਿਆ ਨਾ ਜੀ। ਭਾਵੇਂ ਕਿਸੇ ਨੇ ਕੋਈ ਦੁੱਖੇ ਦਾ ਕੰਮ ਕੀਤਾ ਹੋਵੇ ਕੌਮ ਦੇ ਲਈ, ਤੇ ਭਾਵੇਂ ਨਾ ਕੀਤਾ ਹੋਵੇ, ਬਸ ਜਦੋਂ ਕੋਈ ਆਵੇ, ਕੋਈ ਲੀਡਰ ਵੀ ਆਵੇ, 2 ਕੌਡੀ ਦਾ ਲੀਡਰ ਆਵੇ, ਤੇ ਫਿਰ ਸਾਰੇ ਪ੍ਰਬੰਧਕ, ਮੈਨੇਜਰ, ਗ੍ਰੰਥੀ ਸਭ ਇਕੱਠੇ ਹੋ ਜਾਂਦੇ ਨੇ ਜੀ। ਕਿਉਂ ਜੀ ਫਲਾਣਾ ਬੰਦਾ ਹੈ, ਉਹਨੇ ਕੀ ਸਵਾਰਿਆ ਜੀ, ਇਹ ਨਹੀਂ ਪਤਾ, ਬਸ ਉਹ ਆਇਆ ਹੈ, ਉਹਨੂੰ ਸਰੂਪਾ ਦੇਣਾ ਹੈ। ਔਰ ਖੈਰ ਇਸ ਪਾਸੇ ਨਹੀਂ ਜਾਣਾ, ਕਿਉਂਕਿ ਗੱਲ ਦੂਰ ਤੱਕ ਜਾਂਦੀ, ਫਿਰ ਤੇ ਵੱਡੇ ਵੱਡੇ ਤਖਤਾਂ ਤੋਂ ਵੀ ਹੈਡ ਗ੍ਰੰਥੀ ਉੱਠ ਕੇ ਵੀ ਜਿਹੜਾ ਕੰਮ ਨਹੀਂ ਕਰਨਾ ਉਹ ਕਰ ਦਿੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਐਵੇਂ ਦਾ ਕੰਮ ਨਹੀਂ ਕਰਨਾ ਕਿ ਕੇਵਲ ਨਰੰਗੇ ਨੂੰ ਖੁਸ਼ ਕਰਨ ਵਾਸਤੇ ਉਹਦੀ ਹਾਂ ਦੇ ਵਿੱਚ ਹਾਂ ਨਹੀਂ ਮਿਲਾਉਣੀ। ਤੇ ਸੰਸਾਰ ਹੋਏ ਨਹਿ ਕਹੈ, ਗੁਰ ਕੀ ਲਗਤਾ ਜਿਸ ਮੈਂ ਲਹੈ। ਦੇਖੋ ਕੇਵਲ ਨਰੰਗੇ ਦੇ ਮੁਤਾਬਕ ਹੋ ਕੇ ਕੋਈ ਗੱਲ ਨਹੀਂ ਕਹਿਣੀ, ਕਿ ਜਿੰਦੇ ਘਰ ਵਿੱਚ ਜਿੰਦੇ ਕਹਿਣ ਦੇ ਨਾਲ ਗੁਰੂ ਘਰ ਦਾ ਛੋਟਾਪਣ ਜ਼ਾਹਰ ਹੋਵੇ।
क्योंकि गुरु घर सब तो वड्डा है, गुरु सब तो वड्डा है। ये नुरंगा ये बादशाह सतगुरु जी ने तो बाणी दे विच भी कहा है कि ये भूपत सब दिवस चार के करते झूठ नहीं वाजा। इहदे वर्गे तो कई आए तो कई आके चले जाने ने। बस इन्ना ध्यान रखना, केवल उनकी जी हजूरी करने वास्ते कोई गल ऐसी नहीं कहनी जिहदे नाल गुरु घर का छोटापन जाहिर होवे। तब तुम धीरज धर उर आछे, कहो जथारत होए हित पाछे। हुण गुरु साहब जी समझाउंदे ने कोई इवें दी गल कर दवे, क्योंकि करनी तो उन्हें है, टलना तो उन्हें है ही नहीं, कि जिंदे नाल दुबदा पै जावे कि मैं हुण गुरु घर नूं वड्डा कवां कि औरंगजेब नूं वड्डा कवां। सतगुरु जी कहंदे ने इवें दी दुबदा विच पै के औरंगजेब नूं कदे उनदा मान रखण वास्ते इवें दी गल नहीं कहनी। उदों फिर जिहड़ी ठीक गल होवे, सच गल होवे, बस उही कहनी है। तब रसना ते निकसे जैसे, तैसे होए मिटे न कैसे। ते सतगुरु कहते हैं पुत्र राम राय, तेरी रसना तो जेड़ा भी उस वेले बोल निकल गया ना, एक बारी बोल जेड़ा कह दिता वो दोबारे मिटना नहीं। जे कहो कि मैं गल कह के दोबारे बदल लवां, बदली भी नहीं जानी। जेड़ा बोल निकल जाना उस तरह सच हो जाना है। भणो निसंग राख गुर ध्याना, जस प्राप्त होए विद नाना। सतगुरु कहते हैं बस गुरु के चरणों का ध्यान रखना है, तो जिहड़ी गल वो पूछे बेशक बेझिझक बिना किसी संके तो वो कहनी वो जिहड़ी सच होवे। पुत्र जे इस तरह करेंगा तेरा जस सारे संसार दे विच होएगा, रहिंदी दुनिया तक होएगा। अपने बल भरोस जिस नाही, करन खुशामत कारज ताही। हुण सतगुरु जी होर समझाउंदे ने कि राम राय पुत्र जिन्हों अपनियां ताकतां दे भरोसा ना होवे, अपने गुरु ते भरोसा ना होवे, खुशामत वो लोग करते हैं जिन्हों भरोसा ना होवे। जे सीधे शब्द वरतीए कि चमचा करे वो लोग करते हैं जिन्हों अपनी ताकत ते भरोसा ना होवे, अपने गुरु ते भरोसा ना होवे। सतगुर शक्ति पर विश्वास, सोन संग रहे सभ्यन पास। ते जिन्होंने गुरु साहब की शक्ति ते भरोसा हुंदा, गुरु साहब के बचनों ते भरोसा हुंदा है, ते भाई वो निसंग रहिंदे ने, बेबाक रहिंदे ने। वो जवाब देन लग्या फिर डोलते नहीं। ऊनो शंकमान होए जातो, पूर्ण न डोलत किस भंतो। जेड़ा ऊना हुंदा अधूरा हुंदा, जिंदा भरोसा पूरा नहीं हुंदा। गुरु साहब जी कहते हैं इवें दी गल्लां जदों सामने आउंदियां ने उनके अंदर शंका आ जाती है कि ये गल कहांगा तो पता नहीं की बनेगा। जेड़ा अधूरा हुंदा शंका उन्हां दे अंदर हुंदी है, जेड़ा पूरा हुंदा वो कदे डोलदा नहीं, घबराउंदा नहीं। बख्शो तोहे अनटुट भंडार, खर्चन करो ना संक विचार। सतगुरु कहते राम राय तेनों शक्तियां का अखुट भंडार बख्श दिता। अखुट का अर्थ हुंदा जिहड़ियां खत्म ही नहीं हो सकदियां। इस करके निशंक हो के तुसीं बेशक जिन्नियां मर्जी शक्तियां भी वरतो, पर यह गल जरूर चेते रखनी, गल कोई गलत ऐसी नहीं कहनी जिहड़ी गुरु सिद्धांत दे नाल मेल ना खांदी हो। तीन लोक मैं आयस जिस जिम कहें, सुर नर नाग सुनत ही हित लहें। कि तिन्ना लोकां दे विच तुहाडा जस होएगा, देवते मनुख ये सारे तुहाडे जस करनगे। तत्शन करे तिसे बिद सारे, तोहे पाक नहै को हटकारे। ते पुत्र राम राय तुहानूं इन्नियां ताकतां दित्तियां कि तुसी हुक्म करोगे, भावें मनुख होवे, भावें देवता होवे, भावें नाग होवे, पशु पंछी कोई भी होवे, तुसी हुक्म करोगे सारे तुहाडे हुक्म दे मुताबिक वो चलणगे। सुन श्री राम राय सुप्रसन्न, कह श्री नानक जी धन धन। ये सुन के बाबा राम राय जी बड़े प्रसन्न हुए। सारी संगत विच गया कि धन गुरु नानक देव महाराज जी धन ने, उन्हां दी बख्शिशां धन ने, उन्हां दी ताकतां धन ने, क्योंकि जोत गुरु नानक साहब जी दी है ना। गुरु हर राय साहब जी धन ने क्योंकि गुरु नानक साहब का स्वरूप ने।
तीन लोक मह महत प्रताप, चाहे सो करे उथापन थाप। बाबा राम राय जी कहते ने गुरु नानक साहब जी का प्रताप तो तिन्ना लोगों के विच है। गुरु करते फिर गुरु नानक साहब जी ते जो चाहन वो उस वेले कर सकते हैं। श्री राम राय पिता के आगे, बंधन के चरण अनुरागे। बाबा राम राय जी ने गुरु पिता के सामने नमस्कार की, सत बचन किया कि जे दिल्ली जाने वास्ते तुसीं मैनू तैयार किया तो मैं जावांगा। सत बचन किया, सगल भांत के कीन सत्यारे, शिव का रथ सुंदर असवारी। दिल्ली जाने वास्ते उस वेले सारी तरह की तैयारियां कीतियां गईयां। सोहनी सिवका पालकी रथ जिहड़े ने ये सवारी वास्ते तैयार किए गए कि सवेरे सवेरे कल सवेरे हुंदी दिल्ली नूं कूच करना है। नख सिख सगल सिंगारण करे, चौकस चप्पल चार असखरे। पैर दे नौहां तो लैके सिर दी चोटी तक ये जिहड़े फुर्तीले घोड़े ने उन्होंने चंगी तरह सिंगारे गया, तैयार पर तैयार करके खड़े किए। निस मैं है त्यारी सब कर राखी, होत प्रभात गमन के कंखी। रात में सारी तैयारी करवा के रखी कि सवेरे सवेरे कल नूं दिन चढ़न तो पहला इत्थों कूच करना, दिल्ली नूं जाना है। भाई बहलो के गुरदास, अर दूसर तारा पिख पास। भाई बहलो दे पड़पुत्रे ने भाई गुरदास जी। एक भाई गुरदास जिन्होंने गुरु ग्रंथ साहब की बीड़ लिखी वो नहीं, ये भाई गुरदास दूसरे ने जिहड़े भाई बहलो के पुत्र ने उदों कोल खड़े सन। तो उन्होंने नाल छोटे भरा गुरदास जी के छोटे भरा भाई तारा जी वो कोल खड़े ने। श्री हर राय संग यह करे, सब विद समझाए टिग करे। धन गुरु हर राय साहब जी ने कृपा की, कहते गुरदास जी भाई तारा जी ये दोवें सके भरा ने। सतगुरु जी ने इन्हों भी तैयार किया कि तुसी दिल्ली राम राय दे नाल जाना। सारी गल तरीके नाल समझाई भी कि गुरमत का सिद्धांत जिहड़ा है उन्होंने अगे रखना है, गुरु घर नूं उत्ते रखना है। हित सेवा के सेवक आन, करे साथ सतगुरु सुजान। फिर मेरे सुजान सतगुरु जी ने ਜਿਹੜੇ नाल सेवादार सन सेवा करने वास्ते वो भी तैयार किए कि कुछ सेवादार भी नाल जाणगे। पौर विखै सिंदन शुभ करी, जग में चाहुंदे चमकत जरी। हुण कहंदे ने सोहणे रथ दरवाजे, ये दरवाजे दे अगे सोहणे रथ जिहड़े नूं खड़े कीते ने। चार पैसे लगे हुए जरी इस रथ के उत्ते जिहड़ी चमक रही, जिहड़े रथ के उत्ते बाबा राम राय जी ने सवार होना है। नह तुंग तिस जोरन करे, पावे जेन तिनहु पर खरे। उस रथ में हजे जेड़े घोड़े जोड़े नहीं सन, क्योंकि रथ तो रात को शामी तैयार करके खड़ा कर दिता। तो घोड़ियां के उत्ते काठियां पाइयां हुई सन, तैयार किए हुए सन, पर हजे रथ के अगे जोड़े नहीं। राम राय इतने मह आयो, सुंदर चंदन पर चढ़ गयो। ते अगले दिन अमृत वेले इशनान पान किया, अपने नेम नूं निभाया। राम राय जी बाहर दरवाजे तो बाहर आए, आके जिहड़ा रथ खड़ा किया सी सोहना सजा के राम राय जी रथ दे विच बैठ गए। और बेनती पहलों की हजे घोड़े विच जोड़े नहीं सन। श्री राम राय आप पुने आए, लोक हजारों पेत सथाए। जदों राम राय जी आए, हजारा लोग सिख संगतां इकट्ठियां सन कि गुरु साहब के वड्डे साहिबजादे ने दिल्ली नूं चले ने। चढ़ कर चले हेरने काजा, आए जिरो बहु नरण समाजा। बाबा राम राय जी पालकी जिहड़ा रथ सी रथ दे उत्ते चढ़ गए, ते रथ उत्ते चढ़ के कहंदे ने चलो भाई। हजारां संगतां आईयां ने, जाके देखिए दसे किन्नियां को संगतां ने, दर्शन करिए। अगे घोड़ा कोई नहीं, घोड़ियां नूं चलाउण वाला कोई नहीं, पर बाबा जी ने बचन कह दिते चलो भाई संगत दे दर्शन करिए। बिन तुरंग रथ पर असवारे, मुक्ते बोलियो चलो अगारे। सहस भाई बोलिया कि चलो भाई। अगे घोड़ा कोई नहीं, घोड़ियां नूं चलाउण वाले कोई नहीं, पर बिना घोड़े तो
बिना असवार तो कहते ने बस मूँह के नाल जदों बचन ही कीते ने। तत् छिन शब्द गंभीर उठाए, सिंदन पग मग गमने सहसाए। क्योंकि रथ जदों चलते सन, रथ उवें तो होंदे सन, पई आवाज़ करते सन। बाबा राम राय ने बचन कीते तो एकदम आवाज़ पैदा हुई। ये जिहड़ा रथ है हौली हौली रस्ते उत्ते अपने आप ही चलन लग गया। किते दूर लग फिर मुरियो है, लख अचरज और हरख भरियो है। ये बाबा राम राय जी नूं उदों नहीं पता लग्या कि हजे घोड़े तो जुड़े कोई नहीं। बचन कह दिते, रथ कुछ दूर तक चलता गया। वो राम राय जी ने देखा कि हजे घोड़े तो अगे है ही नहीं। ये अचरज वेख के प्रसन्न भी बड़े होए कि गुरु साहब ने बचन किए सन, मैं रसना ते वसांगा, जो कहेंगा वो होएगा। अपर लोक हेरत बिसमाए, धन धन सतगुरु अहलाए। ते बाकी सारिया सिख संगतां वेख के बड़ियां हैरान ने। सब ने धन गुरु धन गुरु धन गुरु पुत्र कह के उत्थे जयकारे लाए। बिन तरंग रथ फिर करे आए, श्री हर राय होते जिस थाई। कहते बिना घोड़ियां तो घूम के रथ फिर उत्थे आया है जिथे धन गुरु हर राय साहब जी सबाईमान ने। सिख सेवक की भीड़ खरी है, सख्त दिखाए बुद्ध हरी है। सिख संगतां हज़ारां की गिनती में भीड़ सी। ये शक्ति करामात विखा के उन्हां दी होश जिहड़ी भुला दित्ती कि घोड़ियां तो बिना भी रथ चलदा है। देखत श्री सतगुरु अलाई, अजमत को आगे बहुत थाई। ये वेख के धन गुरु हर राय साहब जी कहते हैं, पुत्र राम राय इन्हां शक्तियां करामातां वास्ते अजमत वास्ते अगे बड़ियां थावां ने, उत्थे जाना ही कुछ विखाउणा है, इत्थे लोड़ नहीं सी। लग्यो खर्चबे चलबो घर ते, निकस्यो नाहन अब लो पुरते। सतगुरु कहते हैं ये शक्तियाँ इत्थों खर्चने शुरू कर दित्तियां, क्योंकि बचन तो गुरु साहब ने किए सन, शक्तियां के भंडारे दिते ने, जिन्नियां मर्जी वरत लो खत्म नहीं होनियां। पर तुसीं घर तो चलन लगे खर्चन लग पे हो। अजे तो नगर तो बड़ी दूर, तुसीं नगर तो बाहर भी नहीं निकले, दिल्ली पहुँचना है। धीरज धारो हो थान जिस चाहो, तह अजमत को कर दिखरावो। सतगुरु कहते ताकत मिल गई ने, इनका मतलब ये नहीं कि हौसले छड्डदे ने। ताकत आ जानियां होर गल है, पर इन्हों बर्दाश्त कर लेना इहदे वास्ते बड़ा वड्डा धीरज ही चाहिए। राम राय थोड़ा जिहा हौसला रख कि अगे लोड़ पवेगी, करामात उत्थे जाके विखाउणी ही ने। अब तो इसको काज न कोई, दो राय बिन असरथ जोई। सतगुरु कहते ने राम राय होण ते ना ताकतां नूं विखाउण दी लोड़ नहीं सी कोई। रथ के उत्ते चढ़ के चलना सी ना, जे कह दिंदा रथवाही नूं कह दिंदा घोड़े जोड़ के अगे फिर आ जांदा। सुन श्री राम राय ने कहियो, मैं पतियावण को इस चहियो। और राम राय ने हाथ जोड़े, सतगुरु जी मेरे मुँह तो बचन ही निकल गए कि मैं कह दिता चलो, एक परतावा भी हो गया, तो बस मेरे मुँह चो बचन निकल गए, ये रथ चल पिया। अब मेरा निश्चा टिक गयो, अपनों उपर भरोसा पयो। दूजी गल ये है कि घोड़िया तो बिना चल पिया, मेरा भरोसा होर पक्का हो गया। निश्चा तो आप जी के बचनों तो पहलू ही सी, पर मेरा भरोसा हुण होर टिक गया, होर वध गया। सुन श्री राम राय ने कहियो, जो मैं कहूँ होए सब साचे, निफल ना जावे करूँ बाची। हुण सतगुरु जी मेरा भरोसा होर वध गया कि जो कुछ मैं कह देंगा, बोल तो वो जिहड़ा मूँह तो निकलेगा, बोल कदे खाली नहीं जाएगा। बहुरो रथ सो जुरो तुरंग, कोतगल अपर पाल के संग। फिर उस वेले बाबा राम राय जी ने कहा भी घोड़े लियाओ। रथ दे अगे घोड़े जोड़ लेने, होर शिंगारिया होया खाली घोड़ा जिहड़ा वो भी नाल है, पालकी भी नाल सेवादारां लई। चमर चार ढोरत दुत देत, मनो मराल उडारी लेत। सकल मात को बंधन करी, हेरत सुत प्रेमातुर करी। बाबा राम राय जी ने मातावां नूं नमस्कार की है।
सारी सिख संगतां नूं नमस्कार कीती। पुन सतगुरु जय श्री हर राय, नमो करे जो तो प्रेम सो पाए। फिर बाबा राम राय जी पूरे रथ थल्ले उतरे, जिथे गुरु पिता धन गुरु हर राय साहब जी सन, उत्थे जाके उन्होंने चरणों 'च मत्था टेकिया, नमस्कार की। अपर बंद पे उचित निहारे, कर्म ते चरण बंद कर सारे। तो होर भी जेड़े मत्था टेकण दे योग सन, बेदियां दे विचों, त्रेण भल्ले सोढियां दे विचों जेड़े वड्डे सन, बाबा राम राय जी ने उन्होंने सब नूं नमस्कार की। करत भयो उत्साह चलन के, सगल करत लोचन पलकन के। हुण राम राय दी अखां दीयां पलकां जिहड़ियां ने ऐन जिवें खिड़ गईयां। दिल्ली जाना, दिल्ली जाने वास्ते बड़ा अंदर एक उत्साह पैदा होया है। कीरतपुर ते होए अरूढ़, मार्ग गमणियो आशय गूढ़। बाबा राम राय जी कीरतपुर तो कूच कीते ने, दिल्ली जाने वास्ते कीरतपुर साहब तो बाहर निकले। दिल्लीपुर के सन्मुख गवना, सर्ब शरीर रूप जिस रवना। दिल्ली दे राह ते पै गए कि जेड़े बाबा राम राय जी का शरीर कहते ने रूप बड़े सोहना है, वो रथ के उत्ते सवार होकर दिल्ली के राह ते पै गए। डेरा प्रथम सो रोपर करियो, खान पान निंद्रा रस ढरियो। और पहला पड़ाव, पहला डेरा बाबा राम राय जी ने रोपड़ आके किया। इत्थे शाम का समा होया, सूतर का पाठ होया, लंगर पानी तैयार होया। लंगर पानी छक के रात इत्थे बतीत की रोपड़। भई प्रभात कूच कर चले, बाहन नार सेवक संग भले। अमृत वेले फिर इशनान पान करके उत्थों कूच किया। नाल घोड़े ने, रथ ने, सवारियां ने, सेवादार ने। इसी प्रकार निशा जब होए, करे सिवर सुख सो रह सोए। इस करके बाबा राम राय जी ने राह दे विच फिर शक्तियां नहीं विखाइयां, क्योंकि जे गुरु साहब जी ना वरजदे हो सकदा इत्थों चढ़दे ते अख चमकण जिन्ने समय 'च दिल्ली पहुँच जाते। कहते आराम नाल गए, जिथे रात पैंदी सी उत्थे डेरा करते सन, सवेरे फिर अगे कूच करते सन। केतक दिन मैं क्रम क्रम करके, मार्ग लंघे देश निहर कै। कई दिन लगे दिल्ली जांदे, राह दे विच नगर शहर वेखदे होए दिल्ली पहुँचे। ग्राम नगर जेतक मगे आए, देखत चले जात अगुआए। जिन्ने पिंड नगर ग्राम शहर आए उन्होंने वेखते जाते हैं, खुशी होंदे आ। कहते बड़े आराम नाल जा रहे ने। हास बिलास आनंदित होए, दिन गमने निस सुख सो सोए। इस तरह हास बिलास करते हैं, दिन के समय चलते हैं तो अपनी मौज के मुताबिक चलते हैं, रात को विश्राम करते हैं। नौरंग दूत संग निज लिए, दिल्ली नगर प्रवेशन किए। नौरंगे का जोड़ा दूत आया सी, वो भी बाबा राम राय के नाल ही जा रहे हैं। ये दिल्ली दे विच प्रवेश किया। तत्सेन दूत आगाऊ गयो, सुध आवन के देत सो भयो। राम राय जी का डेरा कराया तो जेड़ा दूत छेती दे नाल फिर औरंगजेब दे कोल गया, जाके खबर दी। जो सतगुर गादे पर बैसे, इतको सो नह आवत कैसे। जाके खबर सुनाई कि बादशाह सलामत जेड़े सतगुरु की गद्दी ते बैठे ने, 7वें गुरु गुरु हर राय साहब जी, वो तो दिल्ली कदे भी नहीं आउणगे। उन्हें कह दिता असीं कदे नहीं जाना। पुत्र आपणो पठबे करियो, मोह संगे ऐसो बाक उचरियो। पर उन्होंने अपने वड्डे पुत्र वड्डे साहबजादे नूं भेजिया ते नाले मेरे नाल इस तरह उन्होंने बचन कहे, अजमत चाहो चाहे जे लई, सो हमने निज सुत को दई। कि जेड़ियां करामातां औरंगजेब देखना चाहुंदा वो तो साडा पुत्र ही विखा सकता है। देखो चाहे सो सगल दिखा है, इसको कहो निफल न है वह है। ये गुरु साहब ने बचन कहे ने कि जिन्नियां देखना चाहुंदा देख, मेरे पुत्र राम राय के मुख तो जो बचन निकलेगा वो निफल नहीं होना। अपर चाह को काज न कोई, मिलन हमारो जिसते होई। तो गुरु साहब ने कहा कि होर बादशाह नाल साडा कोई काम ही नहीं, कोई लैना देना ही नहीं। इसे काम वास्ते सानू बुलाउंदा सी, असीं अपने पुत्र नूं भेज दिता। शाह जो बांसत हमने भेजा, बिन संशय निज संग सो ले जा। गुरु साहब ने बचन कहे सन
कि बादशाह जो चाहता सी असीं वो कर दिता, असीं भेज दिता अपने पुत्र नूं, बेफिक्र होकर लै जा। तिनको पुत्र संग मम आयो, नर पाहन कहो बहु समुदायो। ये दूत ने कहा कि बादशाह सलामत उन्हां दा पुत्र जिहड़ा है वो राम राय मेरे नाल आया है, तो उनके नाल कुछ सेवक ने, कुछ उन्हां दी सवारियां ने जिहड़ियां मेरे नाल आईयां ने। सुन नौरंग ने हृदय विचारे, जो हम पांछत हृदय मजारे। ये सुन के औरंगजेब बादशाह ने हिरदे दे विच फिर विचार की कि जो कुछ असीं चाहुंदे सां वो गल ते बन गई। आप नहीं आए, उन्होंने पुत्र आ गए ने। सो दिख रावण को चले आयो, पिता पुत्र मैं है भेद ना पायो। कहते चलो प्यो ने तो पुत्र आ गया, कोई फर्क नहीं। जे कर इसते काज न सरै, बहु रह कारण तिसको करै। ते नाले कह दिता जिंदे तो गल ना बनी ना, फिर इन्हां दे पिता गुरु हर राय साहब नूं फिर सद लवांगे। अरे वो ना रहे आए बिन देर, जिन्हों पठो सुत शगत बडेर। वो नरंगा सोचता है कि गुरु साहब जी जेड़े करके उत्थे अड़ गए ने, नहीं आए बहुता समा नहीं अड़ के रहणगे, क्योंकि पुत्र नूं भेजिया पर पुत्र कोलों ताकत नहीं ना होणियां जिहड़ियां गुरु साहब दे कोल आप ने। इम विचार कै मनुज पठाए, शुभ स्थान डेरा करवाए। इस तरह विचार करके अपने बंदे भेजे, राम राय का सोहनी थान ते खुली थान ते डेरा लवाया है। अपर सेवक हो हुक्म बखान्यो, वांछित वस्तु देहो महान्यो। ते बादशाह ने उत्ते हुक्म कर दिता कि भाई होर भी जो कुछ चाहिए उत्थे जो कुछ लोड़ है सारा कुछ पहुँचाओ। सेवादार नूं हुक्म किया, सेवादार आए ने कि उत्थे जो कुछ वो चाहते हैं उन्होंने जाके सारा कुछ दिओ, सारा कुछ विखाओ। इत्थे कवि संतोख सिंह जी ने ये अध्याय खत्म किया है। ते अगला अध्याय नंबर 38 है। उनदे विच राम राय जी ने जिवें उत्थे पहुँचना, जिवें कुछ जाके अपनियां अजमता अपनियां ताकतां विखाउणियां ने, वो आपां कल विचारांगे समय के मुताबिक। अज इतनी बेनती प्रवान करनी जी हुई भुलों की खिमा। आओ 1-2 मिनट रसना के नाल हाजरी लवाइए जी, फिर समाप्ति है। सतनाम वाहेगुरु, सतनाम वाहेगुरु। सतनाम वाहेगुरु, सतनाम वाहेगुरु।